ਇੱਥੇ ਆ ਕੇ ਇੰਨਾ ਹੀ ਈਜ਼ੀ ਨਹੀਂ ਹੁੰਦੀ ਲਾਈਫ। ਤੇ ਇੱਕ ਜ਼ਰੂਰ ਅਸੀਂ ਪੱਕਾ ਇੱਕ ਇਰਾਦਾ ਕਰਕੇ ਆਏ ਸੀਗੇ ਬਈ ਜੇ ਹੁਣ ਨਿਕਲ ਪਏ ਆ ਤਾਂ ਪਿੱਛੇ ਨਹੀਂ ਮੁੜਨਾ, ਚਾਹੇ ਜੋ ਮਰਜ਼ੀ ਸਟਰਗਲ ਕਰਨੀ ਪਵੇ। ਤੁਸੀਂ ਇਹ ਪਿਛਲੇ 22 ਸਾਲਾਂ ਦੇ ਵਿੱਚ ਜ਼ਾਹਿਰ ਜੀ ਗੱਲ ਹੈ ਸਫ਼ਰ ਕੋਈ ਸੁਖਾਲਾ ਨਹੀਂ ਰਿਹਾ ਹੋਣਾ, ਜਿਵੇਂ ਤੁਸੀਂ ਜਿੰਨੇ ਅਹੁਦੇ ਗਿਣਾਏ ਨੇ। ਬਿਲਕੁਲ ਕੁਝ ਮੁਸ਼ਕਲਾਂ ਵੀ ਆਈਆਂ ਹੋਣਗੀਆਂ ਤੇ ਕੁਝ ਤੁਹਾਡੀਆਂ ਖੂਬਸੂਰਤ ਯਾਦਾਂ ਵੀ ਜੁੜੀਆਂ ਹੋਣਗੀਆਂ। ਮੇਰੀ ਇੱਕ ਆਪਣੀ ਜਿਹੜੀ ਟੀਚਿੰਗ ਫਿਲਾਸਫੀ ਹੈ ਜਾਂ ਹਿਊਮਨ ਫਿਲਾਸਫੀ ਕੁਝ ਹੋਰ ਇੱਥੇ ਆਉਣ ਤੋਂ ਬਾਅਦ ਵੀ ਚੇਂਜ ਹੋਈ ਹੈਗੀ ਆ ਵੀ ਕੋਈ ਵੀ ਬੱਚਾ ਇਸ ਉਹਦੇ ਵਿੱਚ ਨਹੀਂ ਪੈਦਾ ਹੋਇਆ ਕਿ ਉਹ ਜ਼ਿੰਦਗੀ 'ਚ ਕਾਮਯਾਬ ਨਹੀਂ ਹੋ ਸਕਦਾ। ਹੁਣ ਅਸੀਂ ਅੱਗੋਂ ਜੇਕਰ ਇੱਥੇ ਨਿਊਜ਼ੀਲੈਂਡ ਦੇ 22 ਸਾਲਾਂ ਦੀ ਗੱਲ ਕੀਤੀ ਹੈ ਤੇ ਮੈਂ ਥੋੜਾ ਜਿਹਾ ਜੇ ਪਿਛਾਂਹ ਝਾਤੀ ਮਾਰਾਂ ਤੇ ਇੱਥੇ ਆਉਣ ਤੋਂ ਪਹਿਲਾਂ ਤੁਸੀਂ ਪੰਜਾਬ 'ਚ ਸੀਗੇ ਜਾਂ ਕਿਸੇ ਹੋਰ ਸ਼ਹਿਰ 'ਚ ਸੀਗੇ, ਕਿਸੇ ਹੋਰ ਸਟੇਟ 'ਚ? ਸ਼ੁਰੂਆਤ ਵਿੱਚ ਹਿੰਦੀ ਮੀਡੀਅਮ ਸਕੂਲਸ ਵਿੱਚ ਸੀਗੇ ਤੇ ਪਰ ਹੁਣ ਮੈਨੂੰ ਫਖਰ ਹੈ ਕਿ ਮੇਰੇ ਪਰਿਵਾਰ ਦੇ ਅਸੀਂ ਚਾਰੋਂ ਭੈਣ ਭਰਾ ਗ੍ਰੰਥ ਸਾਹਿਬ ਵਿੱਚੋਂ ਫਸਟ ਕਲਾਸ ਪਾਠ ਕਰ ਸਕਦੇ ਹੈਗੇ ਆ। ਪਾਠ ਵਿੱਚ ਬੱਚੇ ਜ਼ਰੂਰ ਲੱਗਣ ਕਿਉਂਕਿ ਐਂਡ ਆਫ ਦ ਡੇ ਉਹ ਇੱਕ ਉਹਨਾਂ ਨੂੰ ਸਟਰੋਂਗ ਐਂਕਰ ਹੈ। ਜਦੋਂ ਵੀ ਮਨ ਉਹਨਾਂ ਦਾ ਡਾਵਾਂਡੋਲ ਹੋ ਰਿਹਾ ਹੋਏਗਾ ਤੇ ਪਾਠ ਵਿੱਚ ਇੱਕ ਇਸ ਤਰ੍ਹਾਂ ਦੀ ਤਾਕਤ ਹੈਗੀ ਆ, ਸ਼ਕਤੀ ਹੈਗੀ ਆ ਜਿਹੜਾ ਕਿ ਤੁਹਾਨੂੰ ਬਿਲਕੁਲ ਸੰਭਾਲੇਗਾ। ਖਾਸ ਕਰਕੇ ਜਦੋਂ ਤੁਸੀਂ ਇਸ ਮੁਕਾਮ ਤੇ ਆਉਂਦੇ ਹੋ ਵੀ ਆਹ ਠੀਕ ਹੈ ਕਿ ਆਹ ਠੀਕ ਹੈ, ਜਸ ਅਰਦਾਸ ਕਰੋ ਰੱਬ ਦੇ ਸਾਹਮਣੇ, ਤੁਹਾਨੂੰ ਆਪਣੇ ਆਪ ਰਾਸਤਾ ਸਾਹਮਣੇ ਨਜ਼ਰ ਆਏਗਾ। ਲਾਈਫ ਵਿੱਚ ਆਪਾਂ ਨੂੰ ਪੈਸਾ ਹੀ ਕਮਾਉਣਾ, ਪੈਸਾ ਬਹੁਤ ਜ਼ਰੂਰੀ ਹੈ, ਲੋੜ ਹੈ ਆਪਾਂ ਨੂੰ, ਬਟ ਪੈਸੇ ਦੇ ਨਾਲ ਨਾਲ ਬੱਚਿਆਂ ਦੇ ਉੱਤੇ ਟਾਈਮ ਦੇਣਾ ਵੀ ਬਹੁਤ ਜ਼ਰੂਰੀ ਹੈਗਾ ਵੀ ਆਹ ਗੱਡੀ ਲੈ ਲਈਏ, ਇਸ ਤਰ੍ਹਾਂ ਦਾ ਘਰ ਬਣਾ ਲਈਏ, ਇਹ ਕਰ ਲਈਏ। ਇੱਕ ਤਾਂ ਭਾਈਚਾਰਾ ਵਧਾਈਏ ਆਪਣੀ ਕਮਿਊਨਿਟੀ ਦਾ ਵੀ ਜਿੱਥੇ ਆਪਾਂ ਨੂੰ ਇੱਕ ਦੂਸਰੇ ਦੇ ਲਈ ਆਪਾਂ ਮੋਢਾ ਬਣ ਕੇ ਖੜ ਸਕੀਏ ਇਹਨਾਂ ਦੇਸਾਂ ਪ੍ਰਦੇਸਾਂ 'ਚ ਆ ਕੇ। ਪੰਜਾਬ ਦੇ ਵਿੱਚ ਇੱਕ ਲੋਕ ਗੀਤ ਅਸੀਂ ਬੋਲਿਆ ਕਰਦੇ ਸੀ ਕਿ ਅਸੀਂ ਬਾਬਲ ਬੇਟੀਆਂ ਚਾਰ ਚਾਰੇ ਲਾਡਲੀਆਂ, ਸਾਨੂੰ ਚੌਹਾਂ ਨੂੰ ਦਿੱਤੜਾ ਦਾਜ ਘੋੜੇ ਪਾਲਕੀਆਂ, ਅਸੀਂ ਜਾਣਾ ਨਦੀਓਂ ਪਾਰ ਖੰਭ ਖਿਲਾਰ ਪਰਬਤ ਸਾਡੇ ਆਲਣੇ। ਤੇ ਪੰਜਾਬਣਾਂ ਜਦੋਂ ਲੰਬੀ ਉਡਾਰੀ ਭਰ ਕੇ ਇਹਨਾਂ ਪ੍ਰਦੇਸਾਂ ਦੇ ਵਿੱਚ ਆ ਕੇ ਪਰਬਤਾਂ ਨੂੰ ਪਾਰ ਕਰਕੇ ਤੇ ਆਪਣੀਆਂ ਮੰਜ਼ਿਲਾਂ ਸਰ ਕਰਦੀਆਂ ਨੇ, ਮੰਜ਼ਿਲਾਂ ਦੇ ਕਦਮ ਚੁੰਮਦੀਆਂ ਨੇ ਤੇ ਮਨ ਜਿਹੜਾ ਉਹ ਸਰਸ਼ਾਰ ਹੋ ਜਾਂਦਾ ਹੈ, ਬੜੀ ਖੁਸ਼ੀ ਹੁੰਦੀ ਹੈ ਤੇ ਫਖਰ ਦੇ ਨਾਲ ਸਿਰ ਉੱਚਾ ਹੁੰਦਾ ਹੈ। ਅੱਜ ਸਾਡੇ ਜਿਹੜੇ ਮਹਿਮਾਨ ਨੇ ਉਹਨਾਂ ਦੇ ਬਾਬਤ ਵੀ ਕੁਝ ਇਸੇ ਤਰ੍ਹਾਂ ਦੀ ਕਹਾਣੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੀ। ਲੇਡੀਜ਼ ਫਸਟ ਪ੍ਰੋਗਰਾਮ ਦੇ ਵਿੱਚ ਕੀਵੀ ਟੀਵੀ ਤੇ ਰੇਡੀਓ ਸਪਾਈਸ ਦੇ ਸਾਰੇ ਸਰੋਤਿਆਂ ਦਾ ਮੈਂ ਦਿਲੋਂ ਸਵਾਗਤ ਕਰਦੀ ਹਾਂ। ਮੈਂ ਹਰਜੀਤ ਤੁਹਾਡੀ ਹੋਸਟ ਤੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਜਿਹੜੇ ਮਹਿਮਾਨ ਮੇਰੇ ਨਾਲ ਨੇ ਮੈਂ ਉਹਨਾਂ ਦਾ ਜੇਕਰ ਤੁਹਾਨੂੰ ਉਹਨਾਂ ਦੇ ਬਾਬਤ ਦੱਸਾਂ, ਉਹਨਾਂ ਤੋਂ ਤਾਰਫ ਕਰਾਵਾਂ ਤੇ ਮਨਮੀਤ ਸੰਧੂ ਉਹਨਾਂ ਦਾ ਨਾਮ ਹੈ। ਡੈਜ਼ਿਗਨੇਸ਼ਨ ਦੀ ਗੱਲ ਕਰੀਏ ਇੰਗਲਿਸ਼ ਦੇ ਵਿੱਚ ਜੇਕਰ ਮੈਂ ਕਹਾਂ ਤੇ ਡੈਪੂਟੀ ਪ੍ਰਿੰਸੀਪਲ ਅਸੀਂ ਪ੍ਰੋਨਾਊਂਸ ਕਰਾਂਗੇ ਕਹਿੰਦੇ, ਪਰ ਅਸੀਂ ਪੰਜਾਬੀ ਦੇ ਵਿੱਚ ਸ਼ੁਰੂ ਤੋਂ ਜਿਵੇਂ ਡਿਪਟੀ ਪ੍ਰਿੰਸੀਪਲ ਕਹਿ ਦਿੰਦੇ ਆ ਸਕੂਲ ਦੇ ਵਿੱਚ। ਸਤਿ ਸ਼੍ਰੀ ਅਕਾਲ ਮੈਮ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਹਰਜੀਤ, ਥੈਂਕ ਯੂ ਵੈਰੀ ਮਚ ਫॉर ਇਨਵਾਈਟਿੰਗ ਮੀ ਇੱਥੇ ਤੁਸੀਂ ਇਸ ਸ਼ੋਅ ਵਾਸਤੇ। ਤੇ ਮੈਂ ਡਾਰਗਵਿਲ ਦੇ ਨੇੜੇ ਇੱਕ ਛੋਟਾ ਜਿਹਾ ਟਾਊਨ ਹੈ ਜੀ, ਰੂਆਵਾਈ ਕਾਲਜ। ਅੱਛਾ ਜੀ। ਉੱਥੇ ਮੈਂ ਪਿਛਲੇ 2 ਸਾਲਾਂ ਤੋਂ ਡਿਪਟੀ ਪ੍ਰਿੰਸੀਪਲ ਦੀ ਜੌਬ ਨਿਭਾ ਰਹੀ ਹੈਗੀ ਆ। ਕੀ ਬਾਤ। ਤੇ ਫਿਲਹਾਲ ਸਿਚੁਏਸ਼ਨ ਇੱਦਾਂ ਹੈਗੀ ਹੈ ਕਿ ਪ੍ਰਿੰਸੀਪਲ ਤਾਂ ਪੂਰੀ ਮੇਰੀ ਟ੍ਰੇਨਿੰਗ ਤੇ ਲੱਗੀ ਹੋਈ ਹੈ, ਕਹਿੰਦੀ ਮੈਂ ਤੈਨੂੰ ਪ੍ਰਿੰਸੀਪਲ ਬਣਾ ਕੇ ਹਟਣਾ ਹੈ। ਬਹੁਤ ਵਧੀਆ, ਬਹੁਤ ਵਧੀਆ ਜੀ ਜੀ। ਅੱਛਾ, ਤੁਸੀਂ ਡੈਪੂਟੀ ਪ੍ਰਿੰਸੀਪਲ ਤੱਕ ਵੀ ਮੇਰੇ ਖਿਆਲ ਅਸੀਂ ਆਪਣੇ ਵਿਊਅਰਸ ਨਾਲ ਸਾਂਝਾ ਕਰੀਏ ਜੇ ਹੁਣ ਤੱਕ ਪੰਜਾਬਣਾਂ ਦੇ ਵਿੱਚੋਂ ਜੇਕਰ ਮੈਂ ਗੱਲ ਕਰਾਂ ਤੇ ਸ਼ਾਇਦ ਤੁਹਾਡਾ ਹੀ ਨਾਮ ਆਉਂਦਾ ਹੈ ਜਿਹੜਾ ਇਸ ਡੈਜ਼ਿਗਨੇਸ਼ਨ ਤੱਕ ਤੁਸੀਂ ਪਹੁੰਚੇ ਹੋ। ਮੇਰੇ ਵੀ ਖਿਆਲ ਵਿੱਚ ਸੈਕੰਡਰੀ ਸਕੂਲ ਵਿੱਚ ਤਾਂ ਖਾਸ ਕਰਕੇ ਮੈਂ ਜਿੱਥੇ ਤੱਕ ਮੇਰਾ ਅੰਦਾਜ਼ਾ ਹੈ ਸ਼ਾਇਦ ਮੈਂ ਪਹਿਲੀ ਪੰਜਾਬੀ ਲੇਡੀ ਹੈਗੀ ਆ ਜੋ ਇਸ ਅਹੁਦੇ ਤੇ ਪਹੁੰਚੀ ਹੈਗੀ ਆ ਤੇ ਉਸ ਨੂੰ ਪਾਉਣ ਲਈ ਡੈਫੀਨੇਟਲੀ ਮੇਰੇ ਪਿੱਛੇ ਮੇਰੇ ਪਰਿਵਾਰ ਦਾ ਸਹਿਯੋਗ, ਮੇਰੇ ਹਸਬੈਂਡ ਦਾ ਸਹਿਯੋਗ, ਜਰਨੈਲ ਸਿੰਘ ਸੰਧੂ, ਉਹਨਾਂ ਤੋਂ ਬਿਨਾਂ ਮੈਂ ਕੁਛ ਨਹੀਂ ਸੀ ਕਰ ਸਕਦੀ। ਸੋ ਡੈਫੀਨੇਟਲੀ ਉਹ ਹੈ। ਤੇ ਡਾਰਗਵਿਲ ਵੰਨੀ ਜਾਣ ਤੋਂ ਪਹਿਲਾਂ ਮੈਂ ਪਿਛਲੇ 22 ਸਾਲ ਅਸੀਂ ਆਕਲੈਂਡ ਹੀ ਸੀਗੇ। ਅੱਛਾ ਜੀ। ਤੇ ਆਕਲੈਂਡ ਵਿੱਚ ਮੈਂ
ਕਈ ਡਿਫਰੈਂਟ ਸਕੂਲਾਂ ਵਿੱਚ ਕੰਮ ਕੀਤਾ ਹੈਗਾ ਆ। ਠੀਕ। ਟੂ ਸਟਾਰਟ ਵਿਦ ਮੇਰੀ ਜਰਨੀ ਤਾਂ ਇੱਕ ਕੁਰਾਕੋ ਪਾਪਾ ਮੌਰੀ ਸਕੂਲ ਵਿੱਚ ਮੈਂ 6 ਮਹੀਨੇ ਦੀ ਕੰਮ ਕੀਤਾ ਹੈ। ਅੱਛਾ ਜੀ। ਜਿੱਥੇ ਕਿ ਮੈਂ ਪਹਿਲੀ ਵਾਰੀ ਮਰਾਏ ਦੀਆਂ ਕੀ ਪ੍ਰੋਟੋਕਾਲਸ ਹੁੰਦੀਆਂ ਹੈਗੀਆਂ ਨੇ, ਜੀ। ਪਰ ਇੰਨਾ ਹੈਗਾ ਚੈਲੰਜ ਜ਼ਰੂਰ ਸੀਗਾ ਉਹ ਸਕੂਲ ਵਿੱਚ ਪਾਰਟ ਟਾਈਮ ਕੰਮ ਕਰਨਾ। ਤੇ ਹੁਣ ਸਿਚੁਏਸ਼ਨ ਉੱਥੇ ਵੀ ਇਹ ਸੀਗੀ ਕਿ ਜਦੋਂ ਮੈਂ ਛੱਡ ਰਹੀ ਸੀ, ਬੱਚੇ ਸਾਰੇ ਉੱਥੇ ਆਮ ਉਹ ਮਿਸਿਸ ਸੰਧੂ ਤਾਂ ਨਹੀਂ ਸੀ ਬੁਲਾਉਂਦੇ ਹੁੰਦੇ, ਜੀ। ਉਹ ਹਮੇਸ਼ਾ ਮੈਨੂੰ ਫਾਇਰ ਮਨਮੀਤ ਬੁਲਾਉਂਦੇ ਸੀ। ਅੱਛਾ ਜੀ। ਤੇ ਸਾਰੇ ਬੜੇ ਮਤਲਬ ਇਮੋਸ਼ਨਲੀ ਉਹਨਾਂ ਨੇ ਵਿਦਾਈ ਉੱਥੋਂ ਵੀ ਦਿੱਤੀ ਸੀ। ਜੀ, ਉਸ ਤੋਂ ਬਾਅਦ ਮੈਂ ਓਟਾਹੂ ਕਾਲਜ ਥੋੜਾ ਚਿਰ ਜੌਬ ਕੀਤੀ ਹੈਗੀ ਆ, ਜੀ। ਤੇ ਪਹਿਲੀ ਮੈਨੂੰ ਪਰਮਾਨੈਂਟ ਫੁੱਲ ਟਾਈਮ ਜੌਬ ਜੇਮਸ ਕੁੱਕ ਹਾਈ ਸਕੂਲ ਵਿੱਚ ਸੀਗੀ ਮੈਨੋਰੇਵਾ। ਉੱਥੇ ਮੈਂ 13 ਸਾਲ ਜੌਬ ਕੀਤੀ ਹੈਗੀ ਆ। ਤੇ ਇਹ ਮੰਨਣਾ ਪਊਗਾ ਕਿ ਮੈਨੂੰ ਪਹਿਲੇ ਸਾਲ ਹੀ ਉਸ ਪ੍ਰਿੰਸੀਪਲ ਨੇ ਪਤਾ ਨਹੀਂ ਕੀ ਮੇਰੇ ਵਿੱਚ ਦੇਖਿਆ ਕਿ ਫਸਟ ਈਅਰ ਦੇ ਐਂਡ ਵਿੱਚ ਹੀ ਉਹਨੇ ਮੈਨੂੰ ਹੈਡ ਆਫ ਫਿਜ਼ਿਕਸ ਬਣਾਤਾ ਸੀਗਾ। ਵਾਹ। ਤੇ ਵਿਦਿਨ 2 ਇਅਰਸ ਮੈਂ ਉੱਥੇ ਹੈਡ ਆਫ ਫੈਕਲਟੀ ਬਣ ਗਈ ਸੀਗੀ। ਇਟ ਵਾਸ ਅ ਫੈਕਲਟੀ ਆਫ 20 ਪੀਪਲ ਜਿਹਨੂੰ ਮੈਂ ਲੀਡ ਕਰ ਰਹੀ ਸੀ। ਅੱਛਾ ਜੀ। ਤੇ 13 ਸਾਲ ਉੱਥੇ ਜੌਬ ਕਰਨ ਤੋਂ ਬਾਅਦ ਮਨ ਵਿੱਚ ਆਇਆ ਕਿ ਨਹੀਂ, ਹੁਣ ਲਾਈਫ ਨਾ ਕਿਸੇ ਪੜਾਅ ਤੇ ਰੁਕਦੀ ਜਾ ਰਹੀ ਹੈਗੀ ਆ। ਅੱਛਾ ਜੀ। ਇਸ ਨੂੰ ਮੈਂ ਥੋੜਾ ਜਿਹਾ ਚੇਂਜ ਲਿਆਵਾਂ। ਜੀ। ਤੇ ਮੈਂ ਫਿਰ ਆਪਣੀ ਸਾਰੀਆਂ ਡੈਜ਼ਿਗਨੇਸ਼ਨ ਛੱਡ ਕੇ ਇੱਕ ਨਾਰਮਲ ਕਲਾਸਰੂਮ ਟੀਚਰ ਦੀ ਜੌਬ ਤੇ ਪਕਰੰਗਾ ਕਾਲਜ ਵਿੱਚ ਫਿਜ਼ਿਕਸ ਦੀ ਟੀਚਰ ਤੇ ਗਈ। ਜੀ। ਤੇ ਉੱਥੇ ਮੇਰੇ ਤੋਂ ਲੀਡਰਸ਼ਿਪ ਜ਼ਿਆਦਾ ਦੇਰ ਦੂਰ ਨਹੀਂ ਰਹਿ ਸਕੀ। ਮੈਨੂੰ ਵਿਦਿਨ ਇੱਕ ਟਰਮ 'ਚ ਹੀ ਉਹਨਾਂ ਨੇ 2 ਡੈਜ਼ਿਗਨੇਸ਼ਨ ਨਾਲ ਦੀ ਨਾਲ ਕਰ ਦਿੱਤੀਆਂ। ਜੀ। ਤੇ ਉੱਥੇ ਰਹਿੰਦੇ ਹੋਏ ਮੈਂ ਇੱਕ ਕੰਪਿਊਟਰ ਰਿਲੇਟਡ ਮਾਈਂਡ ਲੈਬ ਕੋਰਸ 1 ਸਾਲ ਦਾ ਹੋਰ ਕੀਤਾ। ਠੀਕ। ਤੇ ਉਸ ਦੇ ਦੌਰਾਨ ਮੈਨੂੰ ਇੱਕ ਤਾਂ ਇਹ ਮਹਿਸੂਸ ਹੋਣ ਲੱਗ ਗਿਆ ਕਿ ਮੇਰੇ ਅੰਦਰਲਾ ਜਿਹੜਾ ਸਟੂਡੈਂਟ ਹੈ ਉਹ ਕਿਤੇ ਖਤਮ ਨਹੀਂ ਹੋਇਆ ਹੈਗਾ, ਤੇ ਮੈਨੂੰ ਹਜੇ ਹੋਰ ਪੜ੍ਹਨਾ ਚਾਹੀਦਾ ਹੈਗਾ। ਪਲੱਸ ਉਸ ਕੋਰਸ ਦੇ ਦੌਰਾਨ ਲੀਡਰਸ਼ਿਪ ਨਾਲ ਕਾਫੀ ਸੀਗਾ ਰਿਲੇਸ਼ਨ, ਤੇ ਮੈਨੂੰ ਮਤਲਬ ਮੇਰੇ ਨਾਲ ਦੇ ਕੋਲੀਗ ਵੀ ਕਹਿਣ ਲੱਗੇ ਕਿ ਐਕਚੁਅਲੀ ਤੇਰੇ ਵਿੱਚ ਸਕਿੱਲਸ ਹੈਗੀਆਂ ਨੇ ਸੀਨੀਅਰ ਲੀਡਰਸ਼ਿਪ ਦੀਆਂ, ਸੋ ਯੂ ਸ਼ੁੱਡ ਐਕਸਟੈਂਡ ਯੋਰਸੈਲਫ। ਸੋ ਉਸ ਦੇ ਲਈ ਮੈਨੂੰ ਫਿਰ ਫੈਕਲਟੀ ਪੋਜੀਸ਼ਨ ਤੇ ਫਿਰ ਜਾਣਾ ਬਹੁਤ ਜ਼ਰੂਰੀ ਸੀਗਾ। ਜੀ। ਸੋ ਦੈਟਸ ਹਾਊ ਆਈ ਮੂਵਡ ਇਨਟੂ ਰੋਜ਼ ਹਿਲ ਕਾਲਜ। ਅੱਛਾ। ਰੋਜ਼ ਹਿਲ ਕਾਲਜ ਮੈਂ ਰਹੀ ਤਾਂ 3 ਸਾਲ ਹੀ, ਅੱਛਾ ਜੀ। ਬਟ ਮੈਨੂੰ ਜੋ ਪਿਆਰ ਮੇਰੀ ਆਪਣੀ ਟੀਮ ਦਾ, ਮੇਰੀ ਸੀਨੀਅਰ ਲੀਡਰਸ਼ਿਪ ਦਾ ਮਿਲਿਆ, ਮੈਨੂੰ ਐਂ ਲੱਗਿਆ ਉੱਥੋਂ ਜਦੋਂ ਮੇਰੀ ਫੇਅਰਵੈਲ ਹੋਈ ਹੈ ਜਿਵੇਂ ਕਿ ਮੈਂ 30 ਸਾਲ ਕੱਟ ਕੇ ਜਾ ਰਹੀ ਹੁੰਦੀ ਹਾਂ। ਤੇ ਉੱਥੋਂ ਫਿਰ ਮੈਂ ਡਿਪਟੀ ਪ੍ਰਿੰਸੀਪਲ ਦੀ ਜੌਬ ਤੇ ਹੀ ਗਈ ਸੀ। ਪਰ ਰੋਜ਼ ਹਿਲ ਕਾਲਜ ਵਿੱਚ ਮੈਨੂੰ ਬਹੁਤ ਮੌਕਾ ਮਿਲਿਆ ਸੀਨੀਅਰ ਲੀਡਰਸ਼ਿਪ ਦੇ ਬਹੁਤ ਕਲੋਜ਼ ਕੰਮ ਕਰਨ ਦਾ। ਐਂਡ ਇਹਦੇ ਵਿੱਚ ਕੋਈ ਦੁਮੁੱਲੀ ਰਾਏ ਨਹੀਂ ਹੋਊਗੀ ਕਿ ਉਹਨਾਂ ਨੇ ਮੈਨੂੰ ਇਸ ਪੋਜੀਸ਼ਨ ਤੇ ਪਹੁੰਚਣ ਲਈ ਕਾਫੀ ਤਰ੍ਹਾਂ ਪ੍ਰਿਪੇਅਰ ਕੀਤਾ। ਬਹੁਤ ਵਧੀਆ। ਇਹ ਸਫ਼ਰ ਜਿਹੜਾ ਇਹਨਾਂ ਨੇ ਸਾਨੂੰ ਚੰਦ ਮਿੰਟਾਂ ਦੇ ਵਿੱਚ ਸੁਣਾਇਆ ਹੈ, ਕਿੰਨੇ ਸਾਲਾਂ ਦਾ, 22 ਸਾਲਾਂ ਦਾ ਸਫ਼ਰ ਹੈ। ਡੈਡੀਕੇਸ਼ਨ ਤੁਹਾਡੀ ਇਸ ਪਾਸੇ ਰਹੀ ਹੈ। ਮੈਨੂੰ ਲੱਗਦਾ ਜਿਹੜੇ ਸਾਡੇ ਅੰਦਰ ਦੇ ਗੁਣ ਹੁੰਦੇ ਨੇ ਵਾਕਈ ਬਹੁਤੀ ਦੇਰ ਛੁਪੇ ਨਹੀਂ ਰਹਿੰਦੇ। ਸੋ ਅਸੀਂ ਸਿਜਦਾ ਕਰਦੇ ਹਾਂ ਤੁਹਾਡੀ ਸਾਰੀ ਮਿਹਨਤ ਨੂੰ। ਸੋ ਇਹ ਮੈਂ ਇੱਕ ਵਾਰੀ ਜਿਹੜਾ ਅਗਲਾ ਸਵਾਲ ਪੁੱਛਣਾ ਤੁਹਾਡੇ 22 ਸਾਲਾਂ ਦੇ ਬਾਬਤ ਜ਼ਰੂਰ ਪੁੱਛਣਾ ਹੈ, ਪਰ ਮੈਂ ਆਪਣੇ ਵਿਊਅਰਸ ਨੂੰ ਦੱਸਣਾ ਚਾਹੁੰਦੀ ਹਾਂ ਕਿ ਮਨਮੀਤ ਮੈਮ ਹੋਰੀ ਕਲਚਰਲੀ ਜਿੱਦਾਂ ਕਾਫੀ ਨੌਲੇਜ ਰੱਖਦੇ ਨੇ, ਤੇ ਫੋਕ ਜਿਹੜੇ ਸਾਡੇ ਗਿੱਧੇ ਭੰਗੜੇ ਦੇ ਕੰਪੀਟੀਸ਼ਨ ਪਿਛਲੇ ਸਾਲਾਂ ਦੇ ਵਿੱਚ ਇੱਥੇ ਹੋਏ ਨੇ, 3 ਵਾਰ ਲਗਾਤਾਰ ਇਹ ਜੱਜਮੈਂਟ ਤੇ ਵੀ ਬੈਠੇ ਨੇ। ਸੋ ਕਾਫੀ ਡੀਪਲੀ ਇਹ ਨੌਲੇਜ ਰੱਖਦੇ ਨੇ, ਜਾਣਕਾਰੀ ਗਿੱਧੇ ਭੰਗੜੇ ਦੇ ਬਾਬਤ ਤੁਹਾਨੂੰ ਬਹੁਤ ਹੈ। ਸੋ ਇਹ ਜਿਹੜੇ ਗਿੱਧੇ ਭੰਗੜੇ ਦੇ ਬਾਬਤ ਬਹੁਤ ਖੂਬ ਨੌਲੇਜ ਰੱਖਦੇ ਨੇ, ਕਾਫੀ ਜਾਣਕਾਰੀ ਤੁਹਾਡੀ ਹੈ। ਮੈਂ ਇੱਕ ਬੋਲੀ ਵੀ ਤੁਹਾਡੇ ਤੋਂ ਅਖੀਰ ਦੇ ਵਿੱਚ ਜ਼ਰੂਰ ਸੁਣਾਂਗੀ। ਮੈਂ ਜ਼ਰੂਰ ਸੁਣਾਵਾਂਗੀ, ਪਰ ਮੈਨੂੰ ਗੱਲਾਂ 'ਚ ਇਹ ਵੀ ਜ਼ਰੂਰ ਯਾਦ ਆ ਗਿਆ ਕਿ ਐਕਚੁਅਲੀ ਇਹ 22 ਸਾਲ ਦਾ ਜਿਹੜਾ ਸਫ਼ਰ ਹੈ ਸ਼ਾਇਦ ਮੈਨੂੰ ਬਹੁਤ ਜਲਦੀ ਵੀ ਮਿਲ ਸਕਦਾ ਸੀਗਾ। 2008 ਵਿੱਚ ਵੀ ਮੈਨੂੰ ਡਿਪਟੀ ਪ੍ਰਿੰਸੀਪਲ ਦੀ ਆਫਰ ਆਈ ਸੀਗੀ ਇਨਵਰਕਾਰਗਿਲ ਰੀਜਨ ਵਿੱਚ। ਮੇਰੇ ਆਪਣੇ ਨਾਲ ਦੇ ਡਿਪਟੀ ਪ੍ਰਿੰਸੀਪਲ ਜੇਮਸ ਕੁੱਕ ਤੋਂ ਪ੍ਰਿੰਸੀਪਲ ਬਣ ਕੇ ਗਏ ਸੀਗੇ, ਤੇ ਉਹਨਾਂ ਨੇ ਮੈਨੂੰ ਮਤਲਬ ਇਨਵਾਈਟ ਕੀਤਾ ਕਿ ਆਲ ਬੀ ਵੈਰੀ ਹੈਪੀ ਤੂੰ ਮੇਰੇ ਨਾਲ ਆ ਜਾ ਇੱਥੇ। ਪਰ ਉਸ ਵਕਤ ਇੱਕ ਮਾਂ ਦਾ ਫਰਜ਼ ਮੈਨੂੰ ਜ਼ਿਆਦਾ ਜ਼ਰੂਰੀ ਲੱਗ ਰਿਹਾ ਸੀਗਾ, ਕਿਉਂਕਿ ਮੇਰੇ ਬੱਚੇ ਇਸ ਜੀ ਪੋਜੀਸ਼ਨ ਦੇ ਸੀਗੇ ਕਿ ਮੈਨੂੰ ਆਕਲੈਂਡ ਰਹਿਣਾ ਉਹਨਾਂ ਲਈ ਬਹੁਤ ਜ਼ਰੂਰੀ ਸੀਗਾ, ਤੇ ਨਹੀਂ ਤਾਂ ਸ਼ਾਇਦ ਮੈਂ ਇਸ ਪਹਿਲਾਂ ਵੀ ਪਹੁੰਚੀ ਹੁੰਦੀ। ਉਹ ਕਹਿੰਦੇ ਨੇ ਨਾ ਕਿ ਇੱਕ ਔਰਤ ਨੂੰ, ਇੱਕ ਤੀਵੀ ਨੂੰ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਦੇਖਣਾ ਪੈਂਦਾ ਹੈ। ਸੋ ਉਹ ਸਾਰਾ ਕੁਝ ਜਿਹੜਾ ਮੈਨੇਜ ਕਰਨਾ ਔਰਤਾਂ ਦੇ ਲਈ ਬੜਾ ਜ਼ਰੂਰੀ ਹੁੰਦਾ। ਸੋ ਮਲਟੀਟਾਸਕਿੰਗ ਹੋਣਾ ਔਰਤਾਂ ਦੀ ਇੱਕ ਇਨਬਿਲਟ ਕੈਪੇਬਿਲਿਟੀ ਹੁੰਦੀ ਹੈ। ਤੁਸੀਂ ਇਹ ਪਿਛਲੇ 22 ਸਾਲਾਂ ਦੇ ਵਿੱਚ ਜ਼ਾਹਿਰ ਜੀ ਗੱਲ ਹੈ ਸਫ਼ਰ ਕੋਈ ਸੁਖਾਲਾ ਨਹੀਂ ਰਿਹਾ ਹੋਣਾ, ਜਿਵੇਂ ਤੁਸੀਂ ਜਿੰਨੇ ਅਹੁਦੇ ਗਿਣਾਏ ਨੇ।
ਕੁਝ ਮੁਸ਼ਕਲਾਂ ਵੀ ਆਈਆਂ ਹੋਣਗੀਆਂ ਤੇ ਕੁਝ ਤੁਹਾਡੀਆਂ ਖੂਬਸੂਰਤ ਯਾਦਾਂ ਵੀ ਜੁੜੀਆਂ ਹੋਣਗੀਆਂ। ਬਿਲਕੁਲ ਠੀਕ ਹੈ। ਇਸ ਸਾਰੇ ਦੇ ਵਿੱਚ ਤੁਸੀਂ ਕਿਹੜੀ ਯਾਦ ਸਾਡੇ ਨਾਲ ਸਾਂਝੀ ਕਰਨਾ ਚਾਹੋਗੇ? ਸਭ ਤੋਂ ਖੂਬਸੂਰਤ ਜੋ ਮੇਰੀ ਮੌਕਾ ਮੈਨੂੰ ਮਿਲਿਆ ਹੈਗਾ ਆ ਜੀ ਕਿ ਮੇਰੀ ਇੱਕ ਆਪਣੀ ਜਿਹੜੀ ਟੀਚਿੰਗ ਫਿਲਾਸਫੀ ਹੈ ਜਾਂ ਹਿਊਮਨ ਫਿਲਾਸਫੀ ਕੁਝ ਹੋਰ ਇੱਥੇ ਆਉਣ ਤੋਂ ਬਾਅਦ ਵੀ ਚੇਂਜ ਹੋਈ ਹੈਗੀ ਆ ਵੀ ਕੋਈ ਵੀ ਬੱਚਾ ਇਸ ਉਹਦੇ ਵਿੱਚ ਨਹੀਂ ਪੈਦਾ ਹੋਇਆ ਕਿ ਉਹ ਜ਼ਿੰਦਗੀ 'ਚ ਕਾਮਯਾਬ ਨਹੀਂ ਹੋ ਸਕਦਾ। ਸਿਰਫ ਇਹ ਹੈ ਕਿ ਉਹਦੇ ਸਰਕਮਸਟੈਂਸਸ ਕਈ ਵਾਰੀ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਕਿ ਉਹਨੂੰ ਉਹ ਚੀਜ਼ ਮਿਲ ਨਹੀਂ ਪਾਉਂਦੀ, ਪਰ ਜੇ ਐਜ਼ ਅ ਟੀਚਰ ਤੁਸੀਂ ਉਹਨੂੰ ਸਹੀ ਗਾਈਡ ਕਰਦੇ ਹੋ ਤਾਂ ਤੁਸੀਂ ਬਹੁਤ ਬੱਚਿਆਂ ਨੂੰ ਇਸ ਮੁਕੰਮਲ ਤੇ ਲਿਜਾ ਸਕਦੇ ਹੋ। ਮੇਰੀ ਇੱਕ ਇਹਦੇ ਵਿੱਚ ਇੰਨੀ ਕੋਈ ਫਨ ਵਾਲੀ ਗੱਲ ਤਾਂ ਹੈ ਨਹੀਂ, ਬਟ ਇਟ ਇਜ਼ ਵੈਰੀ ਇੰਟਰਸਟਿੰਗ ਪਾਰਟ ਆਫ ਮਾਈ ਜਰਨੀ। ਸੈਕੰਡ ਈਅਰ ਵਿੱਚ ਮੇਰੀ ਕਲਾਸ ਵਿੱਚ ਇੱਕ ਇਰਾਕ ਤੋਂ ਰਿਫਿਊਜੀ ਆਏ ਹੋਏ ਬੱਚਾ ਸੀਗਾ ਜਿਹਦੀ ਕਿ ਇੰਗਲਿਸ਼ ਵੀ ਕਾਫੀ ਸਟਰਗਲਿੰਗ ਸੀਗੀ। ਅੱਛਾ। ਤੇ ਉਸ ਨੂੰ ਇੱਕ ਬੈਕ ਸਪੋਰਟ ਜਿਹੜੀ ਸੀਗੀ, ਮੈਂ ਇੱਕ ਉਹਦੀ ਮਤਲਬ ਸਟਰੋਂਗ ਪਿਲਰ ਬਣ ਕੇ ਉਹਦੇ ਨਾਲ ਖੜੀ ਹੁੰਦੀ ਸੀਗੀ। ਤੇ ਇਹ ਸਿਚੁਏਸ਼ਨ ਆਈ ਕਿ ਜਦੋਂ ਉਹਨੇ 12th ਪਾਸ ਕੀਤੀ, 11th ਵਿੱਚ ਮਤਲਬ ਸਮਝ ਲਓ ਉਹਦੀ ਇੰਗਲਿਸ਼ ਸਿਰਫ ਇੰਨੀ ਕੀ ਸੀਗੀ ਕਿ ਕੁਝ ਸੈਂਟੈਂਸਸ ਉਹ ਬੋਲ ਸਕਦਾ ਸੀ। 12th ਵਿੱਚ ਉਹਨੇ ਉਹਨਾਂ ਦਿਨਾਂ 'ਚ ਬਰਸਰੀ ਹੁੰਦੀ ਸੀਗੀ, NCA ਤਾਂ ਉਦੋਂ ਹਜੇ ਆਇਆ ਨਹੀਂ ਸੀ ਤੇ ਉਹਨੇ ਆਪਣਾ ਸਿਰਫ ਇੰਗਲਿਸ਼ ਦੇ ਉੱਤੇ ਫੋਕਸ ਰੱਖਿਆ ਤੇ ਉਹਨੂੰ ਈਅਰ 12 ਵਿੱਚ ਇੰਗਲਿਸ਼ ਵਿੱਚ ਬਰਸਰੀ ਸਕਾਲਰਸ਼ਿਪ ਮਿਲੀ। ਅੱਛਾ ਜੀ। ਇਟਸ ਹਾਰਡ ਟੂ ਬਿਲੀਵ, ਜਿਹਨੂੰ ਕੁਝ ਗਿਣੇ ਚੁਣੇ, ਬਟ ਇਟਸ ਅ ਹਾਰਡ ਵਰਕ। ਪਲੱਸ ਉਹਨੂੰ ਇੱਕ ਹੱਲਾਸ਼ੇਰੀ ਮੈਂ ਵੀ ਦਿੰਦੀ ਗਈ। ਉਸ ਤੋਂ ਬਾਅਦ ਈਅਰ 13 ਵਿੱਚ ਮੈਂ ਉਹਨੂੰ 3 ਸਬਜੈਕਟ ਪੜ੍ਹਾਉਂਦੀ ਸੀ, ਬਾਇਓਲੋਜੀ, ਫਿਜ਼ਿਕਸ ਤੇ ਸਾਇੰਸ। ਅੱਛਾ ਜੀ। ਤੇ ਬਾਇਓਲੋਜੀ ਵਿੱਚ ਵੀ ਉਹਨੂੰ ਬਰਸਰੀ ਸਕਾਲਰਸ਼ਿਪ ਮਿਲੀ, ਫਿਜ਼ਿਕਸ ਵਿੱਚ ਵੀ। ਸਾਇੰਸ ਵਿੱਚ ਮੈਂ ਉਹਨੂੰ ਪਹਿਲੇ ਮਹੀਨੇ 'ਚ ਹੀ ਕਹਿ ਦਿੱਤਾ ਸੀਗਾ, ਮੈਂ ਕਿਹਾ ਆਈ ਐਮ ਪ੍ਰੀਪੇਅਰਿੰਗ ਯੂ ਫॉर द ਟੌਪ ਮਾਰਕ ਇਨ ਦ ਕੰਟਰੀ। ਐਂਡ ਉਹਨੇ ਹੱਸ ਕੇ ਮਤਲਬ ਆਪਣੇ ਆਪ ਨੂੰ ਬੜਾ ਸ਼ਰਮਾਉਣ ਲੜਕਾ ਸੀਗਾ ਜੀ ਤੇ ਉਹ ਰੀਅਲੀ ਕੰਟਰੀ ਵਿੱਚ ਉਹਨੇ ਟੌਪ ਕੀਤਾ। ਉਹਨੇ ਉਸ ਗੱਲ ਦੀ ਜਿਹੜੀ ਹੈ ਖੁਸ਼ੀ ਆਪਣੇ ਪੇਰੈਂਟਸ ਨੂੰ ਮਗਰੋਂ ਸ਼ੇਅਰ ਕੀਤੀ, ਪਹਿਲਾਂ ਮੈਨੂੰ ਫੋਨ ਕੀਤਾ। ਅੱਛਾ ਜੀ। ਤੇ ਇਹ ਗੱਲ ਹੈਗੀ ਆ 2003 ਦੀ ਤੇ ਅੱਜ ਉਹ ਇੱਕ ਕਾਸਮੈਟਿਕ ਸਰਜਨ ਸਿਡਨੀ ਆਪਣਾ ਆਪ ਕਲੀਨਿਕ ਚਲਾ ਰਿਹਾ ਹੈਗਾ ਆ। ਕੀ ਬਾਤ। ਇੱਕ ਅਧਿਆਪਕ ਹੀ ਹੁੰਦਾ ਹੈ ਜੋ ਵੱਖ-ਵੱਖ ਪ੍ਰੋਫੈਸ਼ਨਸ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਟੌਪ ਦੇ ਪ੍ਰੋਫੈਸ਼ਨਲਿਸਟ ਨੇ ਉਹ ਤਿਆਰ ਕਰਦਾ ਹੈ। ਸੋ ਵਾਕਈ ਤੁਸੀਂ ਬਾਖੂਬੀ ਇਹ ਕਿਰਦਾਰ ਨਿਭਾਇਆ ਤੇ ਨਿਭਾ ਵੀ ਰਹੇ ਹੋ। ਹੋਰ ਵੀ ਬਹੁਤ ਸਾਰੇ ਵਿਦਿਆਰਥੀ ਹੋਣਗੇ ਤੁਹਾਡੇ ਜਿਹੜੇ ਵਧੀਆ ਅਹੁਦਿਆਂ ਤੱਕ ਪਹੁੰਚੇ ਨੇ, ਸੋ ਉਸ ਦੇ ਲਈ ਤੁਹਾਡਾ ਧੰਨਵਾਦ ਵੀ ਤੇ ਤੁਹਾਨੂੰ ਅਗਾਊਂ ਆਉਣ ਵਾਲੇ ਸਮੇਂ ਲਈ ਸ਼ੁਭ ਇਛਾਵਾਂ ਵੀ ਸਾਡੇ ਸਾਰਿਆਂ ਦੇ ਵੱਲੋਂ, ਕਿਉਂਕਿ ਬੜਾ ਜ਼ਰੂਰੀ ਹੁੰਦੀਆਂ ਨੇ ਇਹ ਇਛਾਵਾਂ। ਹੁਣ ਅਸੀਂ ਅੱਗੋਂ ਜੇਕਰ ਇੱਥੇ ਨਿਊਜ਼ੀਲੈਂਡ ਦੇ 22 ਸਾਲਾਂ ਦੀ ਗੱਲ ਕੀਤੀ ਹੈ ਤੇ ਮੈਂ ਥੋੜਾ ਜਿਹਾ ਜੇ ਪਿਛਾਂਹ ਝਾਤੀ ਮਾਰਾਂ ਤੇ ਇੱਥੇ ਆਉਣ ਤੋਂ ਪਹਿਲਾਂ ਤੁਸੀਂ ਪੰਜਾਬ 'ਚ ਸੀਗੇ ਜਾਂ ਕਿਸੇ ਹੋਰ ਸ਼ਹਿਰ 'ਚ ਸੀਗੇ, ਕਿਸੇ ਹੋਰ ਸਟੇਟ 'ਚ ਸੀਗੇ? ਮੇਰੀ ਜਰਨੀ ਤਾਂ ਸ਼ੁਰੂ ਹੁੰਦੀ ਹੈ ਜੀ ਮੇਰੇ ਬਰਥ ਤੋਂ। ਮੇਰਾ ਬਰਥ ਹੋਇਆ ਸੀਗਾ ਪੂਨੇ 'ਚ। ਅੱਛਾ। ਜਿਹੜਾ ਕਿ ਮਹਾਰਾਸ਼ਟਰ ਦਾ ਐਜੂਕੇਸ਼ਨਲ ਸੈਂਟਰ ਮੰਨਿਆ ਜਾਂਦਾ ਹੈਗਾ ਤੇ ਮੈਂ ਆਪਣੇ ਪਰਿਵਾਰ ਵਿੱਚ ਸਭ ਤੋਂ ਛੋਟੀ ਸੀ। ਅਸੀਂ 4 ਭੈਣ ਭਰਾ ਹੈਗੇ ਆ, ਦੋਨੋਂ ਭੈਣਾਂ ਤੇ ਬ੍ਰਦਰ ਜੀ। ਤੇ ਮਤਲਬ ਡੈਡੀ ਨੂੰ ਬਚਪਨ ਤੋਂ ਸਾਡੇ ਲਈ ਉਹਨਾਂ ਨੇ ਸਿਰਫ 2 ਹੀ ਚੀਜ਼ਾਂ ਦੀ ਹਮੇਸ਼ਾ ਸ਼ੁਭਕਾਮਨਾ ਕੀਤੀ। ਇੱਕ ਤਾਂ ਕੁਆਲਿਟੀ ਐਜੂਕੇਸ਼ਨ ਐਂਡ ਦੂਸਰਾ ਉਹਨਾਂ ਦਾ ਸੀਗਾ ਕਿ ਤੁਸੀਂ ਰਿਲੀਜੀਅਸ ਸਟੱਡੀ ਦੇ ਨਾਲ ਜ਼ਰੂਰ ਜੁੜੋ। ਤੇ ਮਹਾਰਾਸ਼ਟਰ 'ਚ ਰਹਿੰਦੇ ਹੋਏ ਸਾਨੂੰ ਗੁਰਮੁਖੀ ਪੜ੍ਹਨ ਦਾ ਮੌਕਾ ਤਾਂ ਨਹੀਂ ਮਿਲਿਆ, ਪਰ ਉਹਨਾਂ ਨੇ ਪਹਿਲਾਂ ਸਾਨੂੰ ਹਿੰਦੀ ਵਿੱਚ ਗੁਟਕੇ ਲਿਆ ਕੇ ਦੇਣੇ, ਕਿਉਂਕਿ ਅਸੀਂ ਸ਼ੁਰੂਆਤ ਵਿੱਚ ਹਿੰਦੀ ਮੀਡੀਅਮ ਸਕੂਲਸ ਵਿੱਚ ਸੀਗੇ। ਤੇ ਪਰ ਹੁਣ ਮੈਨੂੰ ਫਖਰ ਹੈ ਕਿ ਮੇਰੇ ਪਰਿਵਾਰ ਦੇ ਅਸੀਂ 4 ਭੈਣ ਭਰਾ ਗ੍ਰੰਥ ਸਾਹਿਬ ਵਿੱਚੋਂ ਫਸਟ ਕਲਾਸ ਪਾਠ ਕਰ ਸਕਦੇ ਹੈਗੇ ਆ। ਤੇ ਤਕਰੀਬਨ ਸਾਡੇ 4 ਕੋਲ ਹੀ ਘਰੇ ਸਾਂਝੀਆਂ ਰੱਖੀਆਂ ਹੋਈਆਂ ਨੇ ਤੇ ਅਸੀਂ ਆਪ ਪਾਠ ਕਰਦੇ ਹਾਂ। ਹੁਣ ਮੈਨੂੰ ਤਾਂ ਨਹੀਂ ਇੰਨਾ ਟਾਈਮ ਮਿਲਦਾ, ਪਰ ਹਸਬੈਂਡ ਲੜੀਵਾਰ ਸਧਾਰਨ ਪਾਠ ਘਰ 'ਚ ਕਰਦੇ ਰਹਿੰਦੇ ਹੈਗੇ ਨੇ। ਬਹੁਤ ਵਧੀਆ, ਕਿੰਨਾ ਸੋਹਣਾ ਮਾਹੌਲ ਹੋ ਜਾਂਦਾ ਹੈ ਘਰ ਦਾ। ਤੇ ਇਵੇਂ ਹੀ ਉਹਨਾਂ ਨੇ ਪੜ੍ਹਾਈ ਵਿੱਚ ਵੀ ਤਕਰੀਬਨ ਸਾਡੀ ਸਾਰਿਆਂ ਦੀ ਹੀ, ਦੋਨੋਂ ਭੈਣਾਂ ਦੀ ਤਾਂ ਅਸੀਂ ਪੋਸਟ ਗ੍ਰੈਜੂਏਸ਼ਨ ਹੈਗੀ ਆ, ਬ੍ਰਦਰ ਨੇ ਦੋਨੋਂ ਗ੍ਰੈਜੂਏਟ ਹੈਗੇ ਨੇ। ਤੇ ਬ੍ਰਦਰ ਮੇਰੇ ਵੱਡੇ ਆਰਮੀ ਵਿੱਚ ਰਿਟਾਇਰਡ ਕਰਨਲ ਹੋਏ ਹੈਗੇ ਨੇ ਤੇ ਛੋਟੇ ਬ੍ਰਦਰ ਜਿਹੜੇ ਨੇ ਉਹ ਮੋਸਟਲੀ ਪੋਰਟ ਰਿਲੇਟਡ ਜੌਬਸ ਵਿੱਚ ਬੰਬੇ ਜੌਬ ਕਰਦੇ ਰਹੇ ਨੇ। ਸਿਸਟਰ ਮੇਰੀ ਸੈਂਟਰ ਸਕੂਲ ਤੋਂ ਰਿਟਾਇਰਡ ਐਜ਼ ਅ ਟੀਚਰ ਹੈ
ਤੇ ਮੈਨੂੰ ਉਸ ਤੋਂ ਬਾਅਦ ਮੈਨੂੰ ਪਹਿਲਾਂ ਇੰਡੀਆ ਰਹਿੰਦੇ ਹੋਏ ਤਾਂ ਸਕੂਲ ਟੀਚਿੰਗ ਵਿੱਚ ਇੰਨਾ ਨਹੀਂ ਸੀ। ਮੈਨੂੰ ਸੀਗਾ ਮੈਂ ਕਾਲਜ ਟੀਚਿੰਗ ਵਿੱਚ ਹੀ ਰਹਿਣਾ ਹੈਗਾ। ਸੋ ਮੈਂ ਆਫਟਰ ਮਾਈ MSc ਫਰੋਮ ਪੂਨਾ ਮੈਂ ਪੰਜਾਬ ਯੂਨੀਵਰਸਿਟੀ ਤੋਂ PhD ਕੀਤੀ ਜੀ। ਤੇ ਉਸ ਤੋਂ ਬਾਅਦ ਕਰਦੇ ਸਾਰੇ ਮੈਂ ਬੰਬੇ ਖਾਲਸਾ ਕਾਲਜ ਵਿੱਚ ਮੈਨੂੰ ਪਹਿਲੀ ਟੀਚਿੰਗ ਪੋਜੀਸ਼ਨ ਮੈਂ 91 ਚ ਸ਼ੁਰੂ ਕੀਤੀ ਸੀਗੀ ਜੀ। ਤੇ ਉਸ ਤੋਂ ਬਾਅਦ ਮੈਰਿਜ ਹੋ ਗਈ ਮੇਰੀ 92 ਚ ਤੇ 2 ਸਾਲ ਮੈਂ ਬੰਬੇ ਜੌਬ ਕੀਤੀ ਹੈ। ਠੀਕ। ਤੇ ਉਸ ਤੋਂ ਬਾਅਦ ਅਸੀਂ ਪਹਿਲਾਂ ਅੰਮ੍ਰਿਤਸਰ ਮੈਂ ਹਰਕਿਸ਼ਨ ਪਬਲਿਕ ਸਕੂਲ ਵਿੱਚ 6 ਮਹੀਨੇ ਜੌਬ ਕੀਤੀ ਹੈਗੀ ਆ। ਫਿਰ ਅਸੀਂ ਹਸਬੈਂਡ ਮੇਰੇ ਵੈਟਰਨਰੀ ਡਾਕਟਰ ਸੀ ਇੰਡੀਆ ਵਿੱਚ ਜੀ। ਤੇ ਅਸੀਂ ਸਰਦਾਰ ਪੋਸਟਡ ਹੋ ਗਏ ਲੁਧਿਆਣੇ ਕੋਲੇ। ਤੇ ਉੱਥੇ ਮੈਂ ਸਰਦਾਰ ਪਹਿਲਾਂ ਸਿੱਧਵਾਂ ਕਾਲਜ ਮੈਂ ਕੁਝ ਮਹੀਨੇ ਜੌਬ ਕੀਤੀ ਹੈਗੀ ਆ। ਫਿਰ ਸਰਦਾਰ ਕਾਲਜ ਮੈਂ 1 ਸਾਲ ਲਗਾਇਆ। ਰਹਿੰਦੇ ਅਸੀਂ ਸਰਦਾਰ ਸੀਗੇ ਪਰ ਫਿਰ ਮੈਂ ਇੱਥੇ ਆਉਣ ਤੋਂ ਪਹਿਲਾਂ 5 ਸਾਲ ਗੁਰੂ ਨਾਨਕ ਗਰਲਸ ਖਾਲਸਾ ਕਾਲਜ ਗੁਰੂ ਨਾਨਕ ਗਰਲਸ ਕਾਲਜ ਲੁਧਿਆਣਾ ਮਾਡਲ ਟਾਊਨ ਉੱਥੇ ਜੌਬ ਕਰਦੀ ਸੀ। ਨਾਈਸ। ਸੋ ਇਹ ਮੇਰੀ ਜਰਨੀ ਟੀਚਿੰਗ ਰਿਲੇਟਡ ਰਹੀ ਹੈਗੀ ਆ। ਬੜਾ ਖੂਬਸੂਰਤ ਜਿਹਾ ਸਫ਼ਰ ਤੁਹਾਡਾ ਇੰਡੀਆ ਦਾ ਵੀ ਰਿਹਾ। ਤੋ ਉੱਥੋਂ ਜਦੋਂ ਤੁਸੀਂ ਆਏ ਸੀ ਤੇ ਤੁਸੀਂ ਵੀ ਪੁਆਇੰਟ ਸਿਸਟਮ ਤੇ ਆਏ ਸੀ? ਹਾਂਜੀ ਅਸੀਂ ਆਏ ਪੁਆਇੰਟ ਸਿਸਟਮ ਤੇ ਸੀਗੇ। ਬਟ ਸੇਇੰਗ ਦੈਟ ਇੱਥੇ ਆ ਕੇ ਇੰਨਾ ਹੀ ਈਜ਼ੀ ਨਹੀਂ ਹੁੰਦੀ ਲਾਈਫ। ਤੇ ਇੱਕ ਜ਼ਰੂਰ ਅਸੀਂ ਪੱਕਾ ਇੱਕ ਇਰਾਦਾ ਕਰਕੇ ਆਏ ਸੀਗੇ ਬਈ ਜੇ ਹੁਣ ਨਿਕਲ ਪਏ ਆ ਤਾਂ ਪਿੱਛੇ ਨਹੀਂ ਮੁੜਨਾ ਚਾਹੇ ਜੋ ਮਰਜ਼ੀ ਸਟਰਗਲ ਕਰਨੀ ਪਵੇ। ਐਂਡ ਸਟਰਗਲ ਵਾਕਈ ਕਾਫੀ ਸੀ। ਪਹਿਲੇ 2 ਮਹੀਨੇ ਮੈਂ ਇੱਕ ਫੈਕਟਰੀ ਵਿੱਚ ਜੌਬ ਕੀਤੀ ਹੈਗੀ ਐਜ਼ ਅ ਲੇਬਰਰ। ਬਟ ਡਿਊਰਿੰਗ ਦੈਟ ਟਾਈਮ ਮੈਂ ਆਕਲੈਂਡ ਕਾਲਜ ਆਫ ਐਜੂਕੇਸ਼ਨ ਵਿੱਚ ਟੀਚਿੰਗ ਵਾਸਤੇ ਅਪਲਾਈ ਕੀਤਾ। ਆਈ ਡੋਂਟ ਨੋ ਡਿਊ ਟੂ ਵਾਟ ਰੀਜ਼ਨ ਮੈਨੂੰ ਉੱਥੇ ਉਹਨਾਂ ਨੇ ਨਹੀਂ ਰੱਖਿਆ। ਦੈਟ ਇਜ਼ ਮੇਰੀ ਲਾਈਫ ਦਾ ਪਹਿਲਾ ਫੇਲੀਅਰ ਮੈਨੂੰ ਫੇਸ ਕਰਨਾ ਪਿਆ ਸੀਗਾ। ਤੇ ਮੈਂ ਉਸ ਟਾਈਮ ਤੇ ਕਾਫੀ ਟੁੱਟ ਵੀ ਗਈ ਸੀਗੀ। ਤੇ ਸ਼ਾਇਦ ਮੇਰੇ ਪਿੱਛੇ ਅਗਰ ਮੇਰੇ ਹਸਬੈਂਡ ਇੱਕ ਸਟਰੋਂਗ ਨੀ ਵਾਂਗੂ ਨਾ ਮੇਰੇ ਪਿੱਛੇ ਖੜੇ ਹੁੰਦੇ ਤਾਂ ਸ਼ਾਇਦ ਮੈਂ ਇੱਥੇ ਨਾ ਪਹੁੰਚ ਪਾਉਂਦੀ। ਉਹਨਾਂ ਨੇ ਮੈਨੂੰ ਮਤਲਬ ਇੰਨਾ ਹੱਲਾਸ਼ੇਰੀ ਦਿੱਤੀ ਕਹਿੰਦੇ ਇਸ ਸਾਲ ਮੈਨੂੰ ਚਾਹੇ ਤੈਨੂੰ ਐਨਵਰ ਕਾਰਗਿਲ ਤੋਂ ਟੀਚਿੰਗ ਕੁਆਲੀਫਿਕੇਸ਼ਨ ਕਰਾਉਣੀ ਪਵੇ ਆਈ ਵਿਲ ਡੈਫੀਨੇਟਲੀ ਡੂ ਦੈਟ। ਤੇ ਚਲੋ ਸਾਥ ਰੱਬ ਦਾ ਸੀਗਾ ਉਹਨਾਂ ਦਾ ਵੀ ਸੀਗਾ ਤੇ ਮੈਨੂੰ AUT ਵਿੱਚ ਫਿਰ ਟੀਚਿੰਗ ਕੁਆਲੀਫਿਕੇਸ਼ਨ ਵਿੱਚ ਮਿਲ ਗਈ ਐਂਡ ਆਈ ਵਾਜ਼ ਰੀਅਲੀ ਹੈਪੀ। ਬਹੁਤ ਅੱਛੀ ਯੂਨੀਵਰਸਿਟੀ ਤੋਂ ਮੈਂ ਟੀਚਿੰਗ ਕੁਆਲੀਫਿਕੇਸ਼ਨ ਲਈ ਹੈ। ਐਂਡ ਡਿਊਰਿੰਗ ਦੈਟ ਟਾਈਮ ਮੇਰਾ ਆਪਣਾ ਮੋਰਲ ਵੀ ਬੂਸਟ ਹੋਣ ਲੱਗ ਗਿਆ ਬਿਕੋਜ਼ ਵੈਨ ਆਈ ਵੈਂਟ ਟੂ ਦ ਕਾਲਜਸ ਡਿਡ ਮਾਈ ਪ੍ਰੈਕਟਿਕਮ ਮੈਨੂੰ ਆਪ ਨੂੰ ਲੱਗਣ ਲੱਗ ਗਿਆ ਵੀ ਨਹੀਂ ਐਡੀ ਕੋਈ ਗੱਲ ਨਹੀਂ ਗੀ ਆਪਾਂ ਕਰ ਲਾਂਗੇ। ਕਹਿੰਦੇ ਹੁੰਦੇ ਨੇ ਨਾ ਕਿ ਫੇਲੀਅਰਸ ਆਰ ਦ ਪਿਲਰਸ ਆਫ ਸਕਸੈਸ। ਤੇ ਡੈਫੀਨੇਟਲੀ ਮੇਰੇ ਇੱਕ ਟੀਚਰ ਕਹਿੰਦੇ ਹੁੰਦੇ ਸੀ ਕਿ ਜੇ ਤੁਸੀਂ ਤਿਆਰੀ ਨਹੀਂ ਨਾ ਕਰ ਰਹੇ ਆਪਣੇ ਪਾਸ ਹੋਣ ਦੀ, ਜੇ ਤੁਸੀਂ ਆਪਣੇ ਆਪ ਨੂੰ ਪ੍ਰਿਪੇਅਰ ਨਹੀਂ ਕਰ ਰਹੇ ਤੇ ਇਹਦਾ ਮਤਲਬ ਹੈ ਕਿ ਤੁਸੀਂ ਫੇਲ ਹੋਣ ਦੇ ਲਈ ਪ੍ਰਿਪੇਅਰ ਹੋ ਰਹੇ ਹੋ। ਕਿ ਜੇ ਤੁਸੀਂ ਦੂਸਰੇ ਪਾਸੇ ਕੰਮ ਨਹੀਂ ਕਰ ਰਹੇ ਤੇ ਦੂਸਰੇ ਪਾਸੇ ਤਿਆਰੀ ਆਪਣੇ ਆਪ ਹੋ ਰਹੀ ਹੈ। ਪਰ ਦੇਖੋ ਉਸ ਇੱਕ ਫੇਲੀਅਰ ਨੇ ਤੁਹਾਨੂੰ ਇੱਕ ਕਿੰਨਾ ਮਜ਼ਬੂਤ ਕਰ ਦਿੱਤਾ ਕਿ ਤੁਸੀਂ ਐਜੂਕੇਸ਼ਨ ਇੱਥੋਂ ਲੈ ਕੇ ਫਿਰ ਅੱਗੇ ਪ੍ਰੋਪਰਲੀ ਅੱਗੇ ਵਧੇ ਹੋ। ਵੈਰੀ ਨਾਈਸ। ਬੜਾ ਇਨਸਪਾਇਰਿੰਗ ਸਾਨੂੰ ਸਾਰਿਆਂ ਨੂੰ ਲੱਗਦਾ। ਹੁਣ ਅਸੀਂ ਜੇਕਰ ਦੇਖੀਏ ਤੇ ਤੁਸੀਂ ਕਾਫੀ ਸਾਲਾਂ ਤੋਂ ਇਸ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਹੋ, ਐਜੂਕੇਸ਼ਨ ਖੇਤਰ ਦੇ ਵਿੱਚ ਕੰਮ ਕਰਦੇ ਹੋ, ਬੱਚਿਆਂ ਦੇ ਨਾਲ ਵਿਚਰਦੇ ਹੋ, ਵਾਈਡਰ ਕਮਿਊਨਿਟੀ ਦੇ ਪੇਰੈਂਟਸ ਦੇ ਨਾਲ ਵੀ ਤੁਹਾਡੀ ਗੱਲਬਾਤ ਅਕਸਰ ਹੁੰਦੀ ਰਹਿੰਦੀ ਹੋਣੀ ਹੈ। ਜਿਵੇਂ ਬੱਚਿਆਂ ਨੂੰ ਤੁਸੀਂ ਦੇਖਦੇ ਹੋ ਖਾਸ ਕਰਕੇ ਜਿਵੇਂ ਹੁਣ ਤੁਸੀਂ ਇੰਟਰਮੀਡੀਏਟ ਸਕੂਲ ਦੇ ਵਿੱਚੋਂ ਤੇ ਇਸ ਏਜ ਦੇ ਵਿੱਚ ਬੱਚਿਆਂ ਦੀ ਕੇਅਰ ਕਰਨੀ ਮਾਪਿਆਂ ਦੇ ਲਈ ਬੜਾ ਚੈਲੰਜਿੰਗ ਹੁੰਦਾ ਹੈ। ਬਿਲਕੁਲ ਬਿਲਕੁਲ। ਤੁਸੀਂ ਆਪਣੇ ਪੰਜਾਬੀ ਜਾਂ ਭਾਰਤੀ ਭਾਈਚਾਰੇ ਦੇ ਜਿਹੜੇ ਮਾਪੇ ਨੇ ਸਾਨੂੰ ਜਿਹੜੇ ਬੱਚਿਆਂ ਦੀ ਪਾਲਣ ਪੋਸ਼ਣ ਦੇ ਵਿੱਚ ਜਿਹੜੇ ਚੈਲੰਜਸ ਆਉਂਦੇ ਨੇ ਤੁਸੀਂ ਉਹਨਾਂ ਨੂੰ ਕਿਵੇਂ ਦੇਖਦੇ ਹੋ ਕਿ ਸਾਡੇ ਪਾਲਣ ਪੋਸ਼ਣ ਦੇ ਤਰੀਕੇ ਠੀਕ ਨੇ ਜਾਂ ਕੁਝ ਚੀਜ਼ਾਂ ਬਦਲਣ ਦੀ ਲੋੜ ਹੈ ਸਾਨੂੰ? ਆਪਾਂ ਜਦੋਂ ਇੱਧਰ ਆਉਂਦੇ ਆ ਨਾ ਆਪਾਂ ਨੂੰ ਸਭ ਤੋਂ ਜ਼ਿਆਦਾ ਇਹ ਹੁੰਦਾ ਹੈ ਵੀ ਸਾਡਾ ਬੱਚਾ ਛੇਤੀ ਇੰਗਲਿਸ਼ ਬੋਲਣ ਲੱਗ ਜਾਏ ਜੀ। ਇੰਗਲਿਸ਼ ਦਾ ਮਾਹੌਲ ਆਸ-ਪਾਸ ਇੰਨਾ ਆ ਕਿ ਸਮਝ ਲਓ ਹਵਾ 'ਚ ਇੰਗਲਿਸ਼ ਚੱਲਦੀ ਹੈ ਤੇ ਆਪਾਂ ਜੇ ਉਹਦੇ ਬਾਰੇ ਨਹੀਂ ਵੀ ਇੰਨਾ ਬਾਰਾ ਗੌਰ ਕਰਾਂਗੇ ਦੈਟਸ ਆਲ ਰਾਈਟ। ਕਿਉਂਕਿ ਘਰੇ ਆ ਕੇ ਉਹ ਜ਼ਰੂਰ ਪੰਜਾਬੀ ਬੋਲਣ ਜੀ। ਕਿਉਂਕਿ ਆਪਣੀਆਂ ਜੜ੍ਹਾਂ ਨੂੰ ਮਜ਼ਬੂਤ ਰੱਖਣ ਲਈ ਪੰਜਾਬੀ ਬਹੁਤ ਜ਼ਰੂਰੀ ਹੈਗੀ ਆ। ਦੂਸਰੀ ਗੱਲ ਇਹ ਹੈ ਕਿ ਉਹਨਾਂ ਦੀ ਇਸ ਚੀਜ਼ ਤੇ ਆਪਾਂ ਖੁਸ਼ ਨਾ ਹੋਈਏ ਕਿ ਉਹ ਬੋਲ ਕਿੰਨਾ ਵਧੀਆ ਰਹੇ ਹੈਗੇ ਨੇ। ਆਪਾਂ ਇਸ ਚੀਜ਼ ਤੇ ਜ਼ਰੂਰ ਕੋਸ਼ਿਸ਼ ਰੱਖੀਏ ਕਿ ਉਹਨਾਂ ਦੇ ਲਿਖਣ ਵਾਲੇ ਇੰਗਲਿਸ਼ ਸਹੀ ਹੈ ਬਿਕੋਜ਼ ਰਿਟਨ ਇੰਗਲਿਸ਼ ਐਂਡ ਦੈਨ ਇੰਟਰਸਟ ਫॉर ਰੀਡਿੰਗ ਇੰਗਲਿਸ਼ ਵੀ ਉਹ ਬੁੱਕਸ ਵਗੈਰਾ ਖੂਬ ਪੜ੍ਹਨ ਇੰਗਲਿਸ਼ ਦੀਆਂ, ਲਿਟਰੇਚਰ ਨਾਲ
ਰਿਲੇਟਡ ਹੋਣ, ਇਹ ਬਹੁਤ ਜ਼ਰੂਰੀ ਹੈਗਾ ਆ। ਸਿਰਫ ਜਿਹੜੀ ਬੋਲਣ ਵਾਲੀ ਹੈ ਉਹਦੇ ਵਿੱਚ ਜਿਹੜੀ ਇਹ ਹੈ ਕਿ ਟਰਮੀਨੋਲੋਜੀ ਹੋ ਸਕਦਾ ਕਈ ਉਹ ਸਹੀ ਨਹੀਂ ਅਡਾਪਟ ਕਰ ਰਹੇ ਜੀ। ਸੋ ਉਹਨਾਂ ਚੀਜ਼ਾਂ ਤੇ ਸਾਨੂੰ ਧਿਆਨ ਦੇਣਾ ਬਹੁਤ ਜ਼ਰੂਰੀ ਹੈਗਾ ਆ। ਬਾਕੀ ਆਪਣਾ ਥੋੜਾ ਬਹੁਤ ਪਾਠ ਵਿੱਚ ਬੱਚੇ ਜ਼ਰੂਰ ਲੱਗਣ, ਕਿਉਂਕਿ ਐਂਡ ਆਫ ਦ ਡੇ ਉਹ ਇੱਕ ਉਹਨਾਂ ਨੂੰ ਸਟਰੋਂਗ ਐਂਕਰ ਹੈ। ਜਦੋਂ ਵੀ ਮਨ ਉਹਨਾਂ ਦਾ ਡਾਵਾਡੋਲ ਹੋ ਰਿਹਾ ਹੋਏਗਾ ਤੇ ਪਾਠ ਵਿੱਚ ਇੱਕ ਇਸ ਤਰ੍ਹਾਂ ਦੀ ਤਾਕਤ ਹੈਗੀ ਆ, ਸ਼ਕਤੀ ਹੈਗੀ ਆ, ਜਿਹੜਾ ਕਿ ਤੁਹਾਨੂੰ ਬਿਲਕੁਲ ਸੰਭਾਲੇਗਾ। ਖਾਸ ਕਰਕੇ ਜਦੋਂ ਤੁਸੀਂ ਇਸ ਮੁਕਾਮ ਤੇ ਆਉਂਦੇ ਹੋ ਵੀ ਆਹ ਠੀਕ ਹੈ ਕਿ ਆਹ ਠੀਕ ਹੈ, ਜਸ ਅਰਦਾਸ ਕਰੋ ਰੱਬ ਦੇ ਸਾਹਮਣੇ, ਤੁਹਾਨੂੰ ਆਪਣੇ ਆਪ ਰਾਸਤਾ ਸਾਹਮਣੇ ਨਜ਼ਰ ਆਏਗਾ। ਸੋ ਮੈਡੀਟੇਸ਼ਨ ਜਿਵੇਂ ਬਹੁਤ ਜ਼ਰੂਰੀ ਹੈ। ਸੋ ਜਿਵੇਂ ਇੰਗਲਿਸ਼ ਸਾਡੀ ਦੂਜੀ ਭਾਸ਼ਾ ਹੈ, ਸੋ ਵਾਕਈ ਬੋਲਣ ਚਾਲਣ ਦੇ ਵਿੱਚ ਤੇ ਲਿਖਣ ਪੜ੍ਹਨ ਵਾਲੀ ਇੰਗਲਿਸ਼ ਦੇ ਵਿੱਚ ਫਰਕ ਹੁੰਦਾ ਹੈ। ਪੜ੍ਹਦੇ ਤੇ ਬੱਚੇ ਬਹੁਤ ਨੇ, ਪਰ ਇਹਨਾਂ ਚੀਜ਼ਾਂ ਦਾ ਵੀ ਖਿਆਲ ਰੱਖੀ ਕਿ ਉਹ ਪੜ੍ਹ ਕੇ ਵਿੱਚੋਂ ਸਿੱਖ ਕਿੰਨਾ ਰਹੇ ਨੇ ਤੇ ਉਹਨਾਂ ਨੂੰ ਵਿੱਚੋਂ ਯਾਦ ਕਿੰਨਾ ਰਹਿ ਰਿਹਾ। ਸੋ ਮੈਮ ਅਖੀਰ ਦੇ ਵਿੱਚ, ਕਿਉਂਕਿ ਸਮਾਂ ਤੁਹਾਡਾ ਮੈਂ ਕਾਫੀ ਲੈ ਲਿਆ ਹੁਣ ਤੱਕ, ਇੱਕ ਬੋਲੀ ਹੋ ਜਾਏ ਤੇ ਉਸ ਤੋਂ ਬਾਅਦ ਅਸੀਂ ਸਾਡੇ ਵਿਊਅਰਸ ਦੇ ਲਈ ਸੰਦੇਸ਼ ਤੁਸੀਂ ਕੀ ਦੇਣਾ ਚਾਹੁੰਦੇ ਹੋ ਉਹਦੇ ਵੱਲ ਵੀ ਚੱਲਦੇ ਹਾਂ। ਓਕੇ, ਮੈਂ ਸਿਰਫ ਇੱਕ ਕਲਚਰ ਰਿਲੇਟਡ ਇੱਕ ਚੀਜ਼ ਇਹ ਵੀ ਜ਼ਰੂਰ ਕਹੂੰਗੀ ਕਿ ਮੈਂ ਜਦੋਂ ਜੇਮਸ ਕੁੱਕ ਵਿੱਚ ਸੀਗੀ ਜਾਂ ਪੈਕੋਰੰਗਾ ਕਾਲਜ ਵਿੱਚ ਸੀਗੀ, ਉੱਥੇ ਮੈਂ ਗਿੱਧੇ ਭੰਗੜੇ ਦੀਆਂ ਟੀਮਾਂ ਤਿਆਰ ਕਰਵਾਈਆਂ ਹੈਗੀਆਂ ਨੇ ਮੇਰੇ ਆਪਣੇ ਨੈਟਵਰਕ ਦੇ ਥਰੂ, ਤੇ ਮੋਸਟਲੀ ਉਹ ਬੱਚਿਆਂ ਵਿੱਚ ਪੰਜਾਬੀ ਬੱਚਾ ਕੋਈ ਨਹੀਂ ਸੀ ਹੁੰਦਾ, ਜਾਂ ਟੋਟਲੀ ਪੈਸੀਫਿਕਾ ਮੌਰੀ ਬੱਚੇ ਜਾਂ ਗੋਰੇ ਵੀ। ਇੱਕ ਟਾਈਮ ਤੇ ਇਹ ਵੀ ਸੀਗਾ ਕਿ ਪੈਕੋਰੰਗਾ ਕਾਲਜ ਵਿੱਚ ਇੱਕ ਚਾਈਨੀਜ਼ ਮੁੰਡਾ ਚੰਡੀਗੜ੍ਹ ਦੇ ਮੁੰਡੇ ਨੂੰ ਭੰਗੜਾ ਸਿਖਾ ਰਿਹਾ ਸੀ। ਉਹ ਕਿਉਂਕਿ ਕਹਿੰਦਾ ਤੇਰਾ ਪਹਿਲਾ ਸਾਲ ਹੈ, ਮੈਂ ਤਾਂ ਦੂਸਰਾ ਸਾਲ ਸਿੱਖ ਰਿਹਾ ਹੈਗਾ ਆ। ਸੋ ਇਹ ਦੂਸਰੀ ਇਹ ਹੈ ਕਿ ਬੱਚਿਆਂ ਦੇ ਉੱਤੇ ਲਾਈਫ ਵਿੱਚ ਆਪਾਂ ਨੂੰ ਪੈਸਾ ਹੀ ਕਮਾਉਣਾ, ਪੈਸਾ ਬਹੁਤ ਜ਼ਰੂਰੀ ਹੈ, ਲੋੜ ਹੈ ਆਪਾਂ ਨੂੰ, ਬਟ ਪੈਸੇ ਦੇ ਨਾਲ ਨਾਲ ਬੱਚਿਆਂ ਦੇ ਉੱਤੇ ਟਾਈਮ ਦੇਣਾ ਵੀ ਬਹੁਤ ਜ਼ਰੂਰੀ ਹੈਗਾ ਆ। ਜੀ, ਅਸੀਂ ਸਹਿਮਤ ਹਾਂ ਸਾਰੇ। ਜੀ, ਕਿਉਂਕਿ ਉਹ ਜਿਹੜਾ ਉਹਨਾਂ ਦਾ ਬਚਪਨ ਜਦੋਂ ਨਿਕਲ ਗਿਆ ਨਾ, ਉਹ ਵਾਪਸ ਨਹੀਂ ਆਉਣ ਲੱਗਿਆ। ਸੋ ਹਰ ਪੰਜਾਬੀ ਮਾਂ-ਬਾਪ ਦੇ ਲਈ ਮੈਂ ਇਹ ਜ਼ਰੂਰ ਕਹੂੰਗੀ ਕਿ ਕੰਮ ਬੇਸ਼ੱਕ ਥੋੜਾ ਜਿਹਾ ਘੱਟ ਕਰ ਲਓ, ਪਰ ਬੱਚਿਆਂ ਦੇ ਨਾਲ ਰੈਗੂਲਰਲੀ ਕੋਸ਼ਿਸ਼ ਕਰੋ ਵੀ ਹੋਰ ਨਹੀਂ ਤਾਂ ਜਾਂ ਬ੍ਰੇਕਫਾਸਟ ਜਾਂ ਡਿਨਰ ਉਹਨਾਂ ਦੇ ਨਾਲ ਟੇਬਲ ਤੇ ਬੈਠ ਕੇ ਜ਼ਰੂਰ ਤੁਸੀਂ ਖਾਓ। ਬਹੁਤ ਵਧੀਆ। ਤੇ ਬੋਲੀ ਦੀ ਜਿੱਥੇ ਤੱਕ ਹੈਗਾ, ਜਿਹੜੀ ਮੈਨੂੰ ਹੁਣ ਇਮੀਡੀਏਟਲੀ ਯਾਦ ਆ ਰਹੀ ਹੈਗੀ ਆ, ਉਹ ਸਿਰਫ ਇਹੀ ਹੈ ਕਿ ਗਾਉਣ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ, ਗਾਉਣ ਵਾਲੇ ਦਾ ਮੂੰਹ ਤੇ ਬੋਲੀ ਮੈਂ ਪਾਵਾਂ ਨੱਚ ਗਿੱਧੇ ਵਿੱਚ ਤੂੰ, ਬੋਲੀ ਮੈਂ ਪਾਵਾਂ ਨੱਚ ਗਿੱਧੇ ਵਿੱਚ ਤੂੰ। ਬੜਾ ਮਜ਼ਾ ਆਇਆ ਤੁਹਾਡੇ ਨਾਲ ਗੱਲਾਂ ਕਰਕੇ। ਅਖੀਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਸਾਡੇ ਵਿਊਅਰਸ ਨੂੰ, ਸਾਰੇ ਜਿਹੜੇ ਸੁਣ ਰਹੇ ਨੇ, ਕਿਉਂਕਿ ਤੁਹਾਡੀਆਂ ਗੱਲਾਂ ਬੜੀਆਂ ਖੂਬਸੂਰਤ ਸੀ, ਬਹੁਤ ਕੁਝ ਸਾਡੇ ਸਿੱਖਣ ਲਈ ਸੀ। ਅਖੀਰ ਦੇ ਵਿੱਚ ਜੇ ਮੈਂ ਕੁਝ ਨਹੀਂ ਪੁੱਛ ਸਕੀ ਤੁਹਾਨੂੰ ਤੇ ਤੁਹਾਨੂੰ ਲੱਗਦਾ ਕਿ ਦੱਸਣਾ ਜ਼ਰੂਰੀ ਹੈ? ਜੀ, ਆਪਣੀ ਕਮਿਊਨਿਟੀ ਨੂੰ ਮੇਨ ਜਿਹੜਾ ਹੈਗਾ ਨਾ, ਆਪਾਂ ਨੇ ਵਿੱਚ ਇਸ ਚੀਜ਼ ਦੇ ਪਿੱਛੇ ਆਪਾਂ ਲੱਗੇ ਰਹਿੰਦੇ ਹਾਂ ਵੀ ਆਹ ਗੱਡੀ ਲੈ ਲਈਏ, ਇਸ ਤਰ੍ਹਾਂ ਦਾ ਘਰ ਬਣਾ ਲਈਏ, ਇਹ ਕਰ ਲਈਏ। ਇੱਕ ਤਾਂ ਭਾਈਚਾਰਾ ਵਧਾਈਏ ਆਪਣੀ ਕਮਿਊਨਿਟੀ ਦਾ, ਵੀ ਜਿੱਥੇ ਆਪਾਂ ਨੂੰ ਇੱਕ ਦੂਸਰੇ ਦੇ ਲਈ ਆਪਾਂ ਮੋਢਾ ਬਣ ਕੇ ਖੜ ਸਕੀਏ ਇਹਨਾਂ ਦੇਸਾਂ ਪ੍ਰਦੇਸਾਂ 'ਚ ਆ ਕੇ। ਦੂਸਰੀ ਗੱਲ, ਆਪਣੀ ਜਿਹੜੀ ਮੇਨ ਹੈਗੀ ਆ ਵਿਰਾਸਤ, ਆਪਣੇ ਬੱਚੇ ਨੇ, ਅੱਜ ਇਹਨਾਂ ਨੂੰ ਸੰਭਾਲ ਲਈਏ। ਤੇ ਬਸ ਇਸ ਤੋਂ ਜ਼ਿਆਦਾ ਮੈਂ ਹੋਰ ਕੁਝ ਨਹੀਂ ਕਹਿਣਾ ਚਾਹੁੰਦੀ, ਵੀ ਇੱਕ ਆਪਸ ਵਿੱਚ ਪ੍ਰੇਮ ਰੱਖੀਏ ਤੇ ਦੂਸਰਾ ਆਪਣੇ ਬੱਚਿਆਂ ਨੂੰ ਸਹੀ ਮਾਰਗਦਰਸ਼ਨ ਦਿੰਦੇ ਰਹੀਏ। ਜੀ ਬਿਲਕੁਲ। ਸੋ ਬੱਚਿਆਂ ਨੂੰ ਵਾਕਈ ਸੰਭਾਲਣਾ ਬੜਾ ਜ਼ਰੂਰੀ ਹੈ, ਕਿਉਂਕਿ ਬੱਚੇ ਜਿਹੜੇ ਨੇ ਸਾਡੀ ਅਗਲੀ ਜਨਰੇਸ਼ਨ, ਸਾਡੀ ਅਗਲੀ ਪੀੜ੍ਹੀ। ਜੇਕਰ ਅਸੀਂ ਬੱਚਿਆਂ ਨੂੰ ਸੰਭਾਲਦੇ ਹਾਂ ਤੇ ਸਾਡਾ ਜਿਹੜਾ ਭਵਿੱਖ ਹੈ, ਸਾਨੂੰ ਹਰਿਆਲੀ ਦਿਸਦੀ ਹੈ ਉਸ ਦੇ ਵਿੱਚ। ਤੇ ਭਾਈਚਾਰਾ ਵਧਾਉਣ ਦੀ ਗੱਲ ਜਿੱਥੇ ਤੁਰਦੀ ਹੈ, ਵਾਕਈ ਅਸੀਂ ਹਮੇਸ਼ਾ ਪੋਜ਼ਿਟਿਵਿਟੀ ਦੀ ਗੱਲ ਕਰਦੇ ਹਾਂ। ਸੋ ਕੋਸ਼ਿਸ਼ ਕਰੀਏ ਕਿ ਹਮੇਸ਼ਾ ਪੋਜ਼ਿਟਿਵਿਟੀ, ਜੇਕਰ ਅਸੀਂ ਸਾਰੇ ਬੰਨੇ ਪੋਜ਼ਿਟਿਵ ਵਾਈਬਸ ਬਾਕੀਆਂ ਦੇ ਲਈ ਕੱਢਦੇ ਹਾਂ ਤੇ ਸਾਨੂੰ ਵੀ ਪੋਜ਼ਿਟਿਵ ਵਾਈਬਸ ਸਾਰਿਆਂ ਤੋਂ ਆਉਣਗੀਆਂ। ਇਹ ਭਾਈਚਾਰਾ ਸਾਡਾ ਜਿਹੜਾ ਹੋਰ ਪੀਠਾ ਹੋਵੇ, ਇਹੀ ਮੈਂ ਦੁਆ ਕਰਦੀ ਹਾਂ। ਸਾਰੇ ਆਪਣਾ ਖਿਆਲ ਰੱਖਿਓ। ਬਹੁਤ ਧੰਨਵਾਦ। ਥੈਂਕ ਯੂ ਹਰਜੀਤ ਫॉर ਇਨਵਾਈਟਿੰਗ ਮੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ।